वाहिगुरु जी का खालसा वाहिगुरु जी की फतेह। गुरबाणी विचार शख्सियत दी संगत। हर एक ख्याल, चितवनी ਅਤੇ ਕਰਮ ਸਾਡੇ ਮਨ ਉਤੇ ਆਪਣੀ ਹਲਕੀ ਜਿਹੀ ਰੰਗਤ ਚਾੜ ਦਿੰਦਾ ਹੈ। ਜੇ ਇਹ ਚਿਤਵਨੀ ਜਾਂ ਕਰਮ ਮੁੜ ਕੇ ਦੁਹਰਾਏ ਜਾਣ ਤਾਂ ਇਹ ਰੰਗਤ ਗਾੜੀ ਹੁੰਦੀ ਜਾਂਦੀ ਹੈ। ਜੇ ਇਹਨਾਂ ਖਿਆਲਾਂ ਅਥਵਾ ਕਰਮਾਂ ਦਾ ਨਿਤਾ ਪ੍ਰਤੀ ਰੋਜ਼ ਅਭਿਆਸ ਕੀਤਾ ਜਾਵੇ ਤਾਂ ਇਹਨਾਂ ਦੀ ਰੰਗਤ ਸਾਡੇ ਮਨ ਉਤੇ ਉਕਰੀ ਜਾਂਦੀ ਹੈ। ਇਸੇ ਤਰ੍ਹਾਂ ਜੇ ਇੱਕੋ ਖਿਆਲ ਅਥਵਾ ਕਰਮ ਕੁਝ ਸਮੇਂ ਤਾਈਂ ਲਗਾਤਾਰ ਕੀਤੇ ਜਾਣ ਤਾਂ ਇਹਨਾਂ ਦੀ ਰੰਗਤ ਸਾਡੇ ਚਿੱਤ ਵਿੱਚ ਡੂੰਘੀ ਉਤਰਦੀ ਜਾਂਦੀ ਹੈ। ਇਸ ਤਰ੍ਹਾਂ ਕਾਫੀ ਸਮੇਂ ਤੋਂ ਬਾਅਦ ਇਹ ਰੰਗਤ ਸਾਡੇ ਚਿੱਤ ਦੀਆਂ ਡੂੰਘੀਆਂ ਤਹਿਾਂ ਵਿੱਚ ਧੱਸਦੀ ਤੇ ਨਿਗਰਦੀ ਜਾਂਦੀ ਹੈ। ਇਸੇ ਤਰ੍ਹਾਂ ਇੱਕੋ ਖਾਸ ਖਿਆਲ ਜਾਂ ਕਰਮ ਦੇ ਲਗਾਤਾਰ ਅਭਿਆਸ ਦੁਆਰਾ ਉਸ ਦੀ ਰੰਗਤ ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਣ ਵਿੱਚ ਧੱਸ ਵਸ ਰਸ ਕੇ ਸਮਾ ਜਾਂਦੀ ਹੈ ਤੇ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ। ਇਸ ਰੰਗਤ ਦਾ ਅਕਸ ਜਾਂ ਝਲਕ ਸਾਡੇ ਜੀਵਨ ਦੇ ਹਰ ਪੱਖ, ਸਾਡੀ ਖਿਆਲ, ਸੋਚਣੀ, ਤੱਕਣੀ, ਬਚਨ, ਵਿਵਹਾਰ, ਪਿਆਰ, ਕਿਰਨਾ, ਕਰਮ ਧਰਮ ਵਿੱਚ ਸਹਿਜ ਸੁਭਾਏ ਅਣਜਾਣੇ ਹੀ ਪ੍ਰਗਟ ਹੁੰਦੀ ਰਹਿੰਦੀ ਹੈ। ਸੋ ਸਾਡੇ ਮੇਲ ਜੋਲ ਅਥਵਾ ਸੰਗਤ ਅਨਸਾਰ ਸਾਡੇ ਮਨ ਦੀ ਰੰਗਤ ਚੰਗੀ ਜਾਂ ਮਾੜੀ ਉਪਜਦੀ ਤੇ ਦ੍ਰਿੜ ਹੁੰਦੀ ਹੈ। ਤੇ ਜਦ ਇਹ ਰੰਗਤ ਸਮਾਂ ਪਾ ਕੇ ਸਾਡੇ ਅੰਤਸ਼ਕਰਣ ਵਿੱਚ ਧੱਸ ਵਸ ਰਸ ਜਾਵੇ ਤਾਂ ਸਾਡਾ ਜੀਵਨ ਇਸੇ ਰੰਗਤ ਦਾ ਹੀ ਸਰੂਪ ਬਣ ਜਾਂਦਾ ਹੈ। ਲਗਾਤਾਰ ਅਭਿਆਸ ਦੁਆਰਾ ਆਪੂ ਘੜੇ ਹੋਏ ਐਸੇ ਮਾਨਸਿਕ ਸਰੂਪ ਨੂੰ ਹੀ ਆਦਤਾਂ, ਸੁਭਾਅ, ਆਚਾਰ, ਸ਼ਖਸੀਅਤ ਜਾਂ ਜੀਵਨ ਕਿਹਾ ਜਾਂਦਾ ਹੈ। ਸੋ ਹਰ ਇੱਕ ਜੀਵ ਨੇ ਆਪਣੇ ਖਿਆਲਾਂ ਤੇ ਕਰਮਾਂ ਅਨੁਸਾਰ ਲਗਾਤਾਰ ਅਭਿਆਸ ਦੁਆਰਾ ਆਪਣੀ ਸ਼ਖਸੀਅਤ ਘੜੀ ਹੋਈ ਹੈ। ਇਹ ਸ਼ਖਸੀਅਤ, ਸੁਭਾਅ, ਆਦਤਾਂ ਬੇਅੰਤ ਸਮੇਂ ਦੇ ਅਭਿਆਸ ਦੁਆਰਾ ਬਣਦੀਆਂ ਤੇ ਦ੍ਰਿੜ ਹੁੰਦੀਆਂ ਹਨ। ਇਹ ਸੁਭਾਅ ਅਤੇ ਆਦਤਾਂ ਸਹਿਜ ਸੁਭਾਏ ਬੇਧਿਆਨੇ ਹੀ ਬਣ ਰਹੀਆਂ ਹਨ, ਕਿਉਂਕਿ ਕਰਮ ਅਸੀਂ ਕਰਦੇ ਹਾਂ, ਦੁਬਾਰਾ ਕਰਦੇ ਹਾਂ, ਉਹ ਸਾਡੀ ਆਦਤ ਬਣ ਜਾਂਦੀ ਹੈ। ਫਿਰ ਬੇਧਿਆਨੇ ਹੋਈ ਕਰਮ ਕਰੀ ਜਾਂਦੇ ਹਾਂ ਬਿਨਾਂ ਸੋਚੇ ਸਮਝੇ ਤੇ ਉਸ ਦੀ ਰੰਗਤ ਦ੍ਰਿੜ ਹੋ ਜਾਂਦੀ ਹੈ। ਸੋ ਇਹ ਸੁਭਾਅ ਅਤੇ ਆਦਤਾਂ ਸਹਿਜ ਸੁਭਾਏ ਬੇਧਿਆਨੇ ਹੀ ਬਣ ਰਹੀਆਂ ਹਨ, ਜਿਸ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ, ਪਰ ਸਮਾਂ ਪਾ ਕੇ ਇਹਨਾਂ ਦੀ ਸਮੁੱਚੀ ਰੰਗਤ ਹੀ ਸਾਡਾ ਆਚਾਰ ਤੇ ਸ਼ਖਸੀਅਤ ਬਣ ਜਾਂਦੀ ਹੈ। ਜੀਵ ਇਸ ਆਪੂ ਘੜੀ ਹੋਈ ਸ਼ਖਸੀਅਤ ਦੀਆਂ ਆਦਤਾਂ ਤੇ ਸੁਭਾਅ ਦੀਆਂ ਜ਼ਬਰਦਸਤ ਜ਼ੰਜੀਰਾਂ ਵਿੱਚ ਜਕੜੇ ਜਾਂਦੇ ਹਨ ਤੇ ਸਾਰੀ ਉਮਰ ਇਸ ਦੇ ਬੇਖਰੀਦ ਗੁਲਾਮ ਹੋ ਜਾਂਦੇ ਹਨ। ਬਾਂਧਿਓ ਆਪਨ ਹਉ ਬੰਦਾ, दोष देत आगे को अंदा, फासन की बिद सब को जाने, छूटन की एक कोई, आसा मनसा बंदनी पाई, करम धर्म बंदकारी, फिर फाई फासै कौआ, रस रस चोक चुगै नित फासै, छूटस मूड़े कवन गुणी, तंदै तावत जग बांधे ना बूझै विचार, अनक कर्म किए बो तेरे, जो की जै सो बंधन पैरे। ਜੇਕਰ ਸਤਸੰਗ ਦੁਆਰਾ ਸਾਡੇ ਮਨ ਨੂੰ ਸਮਝ ਵੀ ਆ ਜਾਵੇ ਕਿ ਸਾਡੀਆਂ ਆਦਤਾਂ, ਸੁਭਾਅ, ਆਚਾਰ, ਸ਼ਖਸੀਅਤ ਗਲਤ ਤੇ ਹਾਨੀਕਾਰਕ ਹਨ, ਤਾਂ ਵੀ ਇਹ ਆਪੂ ਘੜੀਆਂ ਆਦਤਾਂ ਤੇ ਸੁਭਾਅ ਦੀਆਂ ਜ਼ੰਜੀਰਾਂ ਟੁੱਟ ਨਹੀਂ ਸਕਦੀਆਂ। ਧਿਆਨ ਦੇਣਾ ਜੀ, ਜਿਹੜੀ ਰੰਗਤ ਨੂੰ ਅਸੀਂ ਬੇਧਿਆਨੇ ਬਣਾ ਕੇ ਪੱਕਾ ਕਰ ਰਹੇ ਹਾਂ, ਅਸੀਂ ਉਸ ਦੇ ਇਤਨੇ ਗੁਲਾਮ ਹੋ ਜਾਂਦੇ ਹਾਂ ਕਿ ਸਤਸੰਗਤ ਦੁਆਰਾ ਪਤਾ ਵੀ ਚੱਲ ਜਾਵੇ ਕਿ ਕੰਮ ਗਲਤ ਹਨ, ਪਰ ਇਹ ਆਪੂ ਘੜੀਆਂ ਹੋਈਆਂ ਆਦਤਾਂ ਦੇ ਸੁਭਾਅ ਦੀਆਂ ਜਿਹੜੀਆਂ ਜ਼ੰਜੀਰਾਂ ਹਨ ਉਹ ਟੁੱਟ ਨਹੀਂ ਸਕਦੀ। ਜੀਵ ਦੀ ਮੌਤ ਤੋਂ ਮਗਰੋਂ ਹੋਰ ਸਭ ਮਾਇਕੀ ਪਦਾਰਥ ਤਾਂ ਇੱਥੇ ਹੀ ਰਹਿ ਜਾਂਦੇ ਹਨ, ਪਰ ਇਹ ਆਪੂ ਘੜੀ ਚੰਗੀ ਜਾਂ ਮਾੜੀ ਸ਼ਖਸੀਅਤ ਅਗਲੇ ਜਨਮਾਂ ਵਿੱਚ ਵੀ ਨਾਲ ਹੀ ਜਾਂਦੀ ਹੈ। ਇਸ ਜ਼ਰੂਰੀ ਤੇ ਦੀਰਘ ਨੁਕਤੇ ਦਾ ਸਾਨੂੰ ਕਦੇ ਖਿਆਲ ਜਾਂ ਅਹਿਸਾਸ ਵੀ ਨਹੀਂ ਹੁੰਦਾ ਅਤੇ ਅਸੀਂ ਪੁਰਾਣੀ ਅੰਤਸ਼ਕਰਣ ਦੀ ਰੰਗਤ ਅਨੁਸਾਰ ਬੇਪਰਵਾਹ, ਬੇਖਬਰ ਤੇ ਅਵੇਸਲੇ ਹੋ ਕੇ ਅਣਜਾਣੇ ਹੀ ਆਪਣਾ ਜੀਵਨ ਅਜਾਈਂ ਗਵਾ ਰਹੇ ਹਾਂ ਤੇ ਦੁੱਖਾਂ ਕਲੇਸ਼ਾਂ ਵਿੱਚ ਨਰਕ ਭੋਗਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੈ ਤੰਦੇ ਮੋ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ, ਜਨਮ ਬਿਰਥਾ ਜਾਤ रंग माया के, मन के अदक तरंग क्यों दर साहिब छुट्टी है, जम्मण मरण न चुकई, रंग लगा दूजे पाए, बंधन बंद पवाई अन करना किछू न जाए। उदाहरण दे तौर ते
ਪਹਿਲਾਂ ਜੀਵ ਕਿਸੇ ਸ਼ਰਾਬੀ ਦੇ ਸੰਗ ਕਰਨ ਨਾਲ ਸ਼ਰਾਬ ਪੀਣ ਲੱਗਦਾ ਹੈ। ਸਹਿਜੇ ਸਹਿਜੇ ਉਹ ਪੱਕਾ ਸ਼ਰਾਬੀ ਬਣ ਜਾਂਦਾ ਹੈ ਅਤੇ ਸ਼ਰਾਬ ਦੇ ਸਾਰੇ ਔਗਣਾਂ ਦਾ ਅਸਰ ਉਸ ਦੇ ਮਨ, ਤਨ, ਚਿੱਤ ਤੇ ਬੁੱਧੀ ਤੇ ਪੈਂਦਾ ਹੈ। ਇਸ ਤਰ੍ਹਾਂ ਉਸ ਦੇ ਸੁਭਾਅ, ਆਚਾਰ ਅਥਵਾ ਸ਼ਖਸੀਅਤ ਨੂੰ ਸ਼ਰਾਬ ਦੀ ਰੰਗਤ ਚੜ ਜਾਂਦੀ ਹੈ ਅਤੇ ਉਹ ਸ਼ਰਾਬ ਦਾ ਹੀ ਜੀਵਨ ਸਰੂਪ ਬਣ ਜਾਂਦਾ ਹੈ। ਇਹ ਸ਼ਰਾਬ ਦੇ ਔਗਣਾਂ ਵਾਲੀ ਰੰਗਤ ਜੀਵ ਦੇ ਅੰਤਸ਼ਕਰਣ ਦੁਆਰਾ ਅਗਲੇ ਜਨਮਾਂ ਵਿੱਚ ਵੀ ਨਾਲ ਜਾਂਦੀ ਹੈ ਤੇ ਅਗਲੇ ਜਨਮ ਵਿੱਚ ਵੀ ਉਸ ਦੀ ਰੁਚੀ ਸ਼ਰਾਬ ਵੱਲ ਸਹਿਜੇ ਹੀ ਖਿੱਚੀ ਜਾਵੇਗੀ। ਹਾਂਜੀ, ਕਿਵੇਂ ਰੰਗਤ ਜਿਹੜੀ ਅਗਲੇ ਜਨਮਾਂ ਵਿੱਚ ਸਾਡੇ ਨਾਲ ਜਾਂਦੀ ਹੈ ਕਿ ਜਿਹੋ ਜੀ ਅਸੀਂ ਆਪਣੀ ਰੰਗਤ ਬਣਾਉਂਦੇ ਹਾਂ, ਅਗਲੇ ਜਨਮ ਵਿੱਚ ਉਸੇ ਚੀਜ਼ ਦੀ ਅਸੀਂ ਖਿੱਚ ਖਾਉਂਦੇ ਹਾਂ। ਜਿਵੇਂ ਸ਼ਰਾਬੀ ਸ਼ਰਾਬ ਦਾ ਜੀਵਨ ਬਤੀਤ ਕਰਦਾ ਹੈ ਸਾਰੀ ਉਮਰ, ਮਰਨ ਤੋਂ ਬਾਅਦ ਜਦੋਂ ਅਗਲਾ ਜਨਮ ਲੈਂਦਾ ਹੈ, ਉਸ ਦੂਸਰੇ ਜਨਮ ਵਿੱਚ ਵੀ ਉਸ ਦੀ ਰੁਚੀ ਸ਼ਰਾਬ ਵਾਲੀ ਬਣਦੀ ਹੈ। ਇਸ ਤਰ੍ਹਾਂ ਜੀਵ ਦੇ ਅਗਲੇ ਜਨਮ ਵਿੱਚ ਵੀ ਸ਼ਰਾਬੀ ਰੰਗਣ ਵਾਲੀ ਸ਼ਖਸੀਅਤ ਦੀ ਬੁਨਿਆਦ ਬਣ ਜਾਂਦੀ ਹੈ। ਇੱਕ ਹੋਰ ਢੁਕਵਾਂ ਉਦਾਹਰਣ ਪੇਸ਼ ਕੀਤਾ ਜਾਂਦਾ ਹੈ। ਅੱਜ ਕੱਲ੍ਹ ਇੱਕ ਨਵੀਨ ਜੰਤਰ ਬਣਿਆ ਹੈ ਜਿਸ ਨੂੰ ਕੰਪਿਊਟਰ ਕਿਹਾ ਜਾਂਦਾ ਹੈ। ਇਸ ਜੰਤਰ ਵਿੱਚ ਜੋ ਅੰਕੜੇ ਪਾਏ ਜਾਂਦੇ ਹਨ, ਉਹਨਾਂ ਦਾ ਨਾਲੋਂ ਨਾਲ ਹੱਲ ਹੁੰਦਾ ਜਾਂਦਾ ਹੈ ਤੇ ਅਖੀਰ ਵਿੱਚ ਸਮੁੱਚੇ ਸਵਾਲ ਦਾ ਜਵਾਬ ਜਾਂ ਸਿੱਟਾ ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਚਿੱਤ ਵੀ ਅਤਿਅੰਤ ਸੂਖਮ, ਅਭੁੱਲ ਤੇ ਮਾਨਸਿਕ ਕੰਪਿਊਟਰ ਹੈ ਜਿਸ ਵਿੱਚ ਜੋ ਵੀ ਖਿਆਲ, ਵਲਵਲੇ, ਵਾਸ਼ਨਾ ਆਦਿ ਉਪਜਦੇ ਜਾਂ ਲੰਘਦੇ ਹਨ, ਉਹਨਾਂ ਦਾ ਸਮੁੱਚਾ ਸਿੱਟਾ ਜਾਂ ਰੰਗਤ ਸਾਡੇ ਚਿੱਤ ਦੇ ਪਰਦੇ ਤੇ ਉਕਰੇ ਜਾਂਦੇ ਹਨ ਅਤੇ ਜੇ ਉਹਨਾਂ ਖਾਸ ਖਿਆਲਾਂ ਜਾਂ ਵਾਸ਼ਨਾਵਾਂ ਦਾ ਮੁੜ ਕੇ ਅਭਿਆਸ ਕੀਤਾ ਜਾਵੇ ਤਾਂ ਇਹਨਾਂ ਦੀ ਰੰਗਤ ਗਹਿਰੀ ਤੇ ਗੂੜੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਚਿੱਤ ਵਿੱਚ ਲਗਾਤਾਰ ਇਕੱਠੀ ਕੀਤੀ ਹੋਈ ਰੰਗਤ ਨੂੰ ਹੀ ਕਿਸਮਤ, ਭਾਗ ਅਥਵਾ ਲੇਖ ਕਿਹਾ ਜਾਂਦਾ ਹੈ। ਸਹਿਜੇ ਸਹਿਜੇ ਆਪੂ ਘੜੇ ਹੋਏ ਲੇਖ ਜਾਂ ਭਾਗ ਦੁਆਰਾ ਕਰਮਬੱਧ ਹੋ ਕੇ ਉਸੇ ਰੰਗਤ ਦੇ ਖਿਆਲਾਂ, ਵਾਸ਼ਨਾਵਾਂ ਅਨੁਸਾਰ ਕਰਮ ਕਰਦੇ ਰਹਿੰਦੇ ਹਾਂ ਤੇ ਉਹਨਾਂ ਦਾ ਨਤੀਜਾ ਭੁਗਤਦੇ ਰਹਿੰਦੇ ਹਾਂ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਮਸਤਕ ਲਿਖੜਾ ਲੇਖ ਪੁਰਬ ਕਮਾਇਆ ਜੀਓ, ਲੇਖ ਨਾ ਮਿਟਾਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਪੂਰਬ ਕਰਮ ਲਿਖਤ ਧੁਰ ਪਾਈ, ਲੇਖਾ ਲਿਖਿਆ ਮਨ ਕਹਿ ਪਾਏ। ਸੋ ਉੱਪਰੋਂ ਭਾਵੇਂ ਅਸੀਂ ਆਪਣੇ ਅੰਦਰਲੇ ਖਿਆਲਾਂ, ਵਾਸ਼ਨਾਵਾਂ ਜਾਂ ਨਿੱਜੀ ਸ਼ਖਸੀਅਤ ਨੂੰ ਕਿਤਨਾ ਹੀ ਛੁਪਾਉਣ ਦੀ ਕੋਸ਼ਿਸ਼ ਕਰੀਏ, ਪਰ ਇਹਨਾਂ ਦੀ ਹਵਾੜ ਜਾਂ ਰੰਗਤ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਅਣਜਾਣੇ ਹੀ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਸਾਡਾ ਹੇਠਲਾ ਮਨ, ਚਿੱਤ ਤੇ ਅੰਤਸ਼ਕਰਣ ਹੀ ਸਾਡਾ ਅੰਤਰਗਤ ਸੂਖਮ ਮਾਨਸਿਕ ਕੰਪਿਊਟਰ ਹੈ ਜੋ ਅਭੁੱਲ ਤੇ ਮੁਕੰਮਲ ਹੈ, ਜਿਸ ਦੇ ਅਵਸ਼ ਨਤੀਜੇ ਅਨੁਸਾਰ ਸਾਡਾ ਜੀਵਨ ਸਹਿਜ ਸੁਭਾਏ ਕੜੀਂਦਾ ਤੇ ਬਦਲਦਾ ਰਹਿੰਦਾ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਿਹਾ ਬੀਜੈ ਸੋ ਲੁਣੇ ਕਰਮਾਂ ਸੰਦੜਾ ਖੇ। ਸੋ ਜਦ ਕਿਸੇ ਖਿਆਲ ਜਾਂ ਕਰਮ ਦਾ ਲਗਾਤਾਰ ਅਭਿਆਸ ਕੀਤਾ ਜਾਵੇ ਤਾਂ ਉਹਨਾਂ ਦੀ ਚੰਗੀ ਜਾਂ ਮਾੜੀ ਰੰਗਤ ਦਾ ਅਸਰ ਮਨ ਵਿੱਚ ਡੂੰਘਾ ਉਤਰਦਾ ਜਾਂਦਾ ਹੈ ਤੇ ਇਹ ਰੰਗਤ ਜਾਂ ਸ਼ਖਸੀਅਤ ਅਤਿਅੰਤ ਸ਼ਕਤੀਮਾਨ ਹੁੰਦੀ ਜਾਂਦੀ ਹੈ ਤੇ ਐਸੀ ਸ਼ਕਤੀਮਾਨ ਤੇ ਬਲਵਾਨ ਮਾਨਸਿਕ ਮਾਇਕੀ ਸ਼ਖਸੀਅਤ ਦਾ ਦੂਜੀਆਂ ਭੋਲੀਆਂ ਪਾਲੀਆਂ ਨਿਰਬਲ ਰੂਹਾਂ ਉੱਤੇ ਅਤਿਅੰਤ ਖਤਰਨਾਕ ਅਤੇ ਹਾਨੀਕਾਰਕ ਅਸਰ ਪੈਂਦਾ ਹੈ, ਜਿਹਾ ਕਿ ਨਜ਼ਰ ਲੱਗਣੀ, ਜਾਦੂ, ਟੂਣੇ, ਕਰਾਮਾਤ, ਭੂਤਾਂ ਦੇ ਡਰਾਵੇ, ਜੰਤਰ ਮੰਤਰ, ਤੰਤਰ, ਹਿਪਨੋਟਿਜ਼ਮ, ਮੈਸਮਰਿਜ਼ਮ ਆਦਿ। ਜਦ ਐਸੀ ਮਲੀਨ ਰੁਚੀਆਂ ਵਾਲੀ ਸ਼ਖਸੀਅਤ ਦੇ ਮੇਲ ਜਾਂ ਸੰਗ ਕਰਨ ਦੇ ਇਤਨੇ ਖਤਰਨਾਕ ਤੇ ਹਾਨੀਕਾਰਕ ਨਤੀਜੇ ਨਿਕਲ ਸਕਦੇ ਹਨ ਤਾਂ ਦੈਵੀ ਆਤਮਿਕ ਸ਼ਖਸੀਅਤ ਅਥਵਾ ਗੁਰਮੁਖ, ਸਾਧ, ਸੰਤ ਹਰ ਜਨਾਂ ਦੀ ਉੱਚੀ ਸੁੱਚੀ ਸੰਗਤ ਦੁਆਰਾ ਬੇਅੰਤ ਆਤਮਿਕ ਲਾਹੇ ਵੀ ਪ੍ਰਾਪਤ ਹੋ ਸਕਦੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇਤਨੇ ਮਾਨਸਿਕ, ਵਿਦਿਅਕ ਤੇ ਵਿਗਿਆਨਕ ਵਿਕਾਸ ਦੇ ਬਾਵਜੂਦ ਇਨਸਾਨ ਅਥਵਾ ਸਾਰਾ ਸੰਸਾਰ ਫੋਕੀਆਂ, ਹਾਨੀਕਾਰਕ ਕਰਮਕਾਂਡਾਂ ਵਿੱਚ ਜਕੜਿਆ ਹੋਇਆ ਹੈ ਤੇ ਇਸੇ ਵਿੱਚ ਹੀ ਸੰਤੁਸ਼ਟ ਤੇ ਮਸਤ ਹੈ। ਸੋ ਸ਼ਖਸੀਅਤ ਦਾ ਬੀਜ, ਮੁੱਢ, ਕਾਰਨ, ਬਣਾਵਟ, ਰੰਗਤ, ਦ੍ਰਿੜਤਾ, ਸਰੂਪ ਜਾਂ ਜੀਵਨ ਚੰਗੇ ਜਾਂ ਮਾੜੇ ਮੇਲ ਜੋਲ, ਸੰਗ ਅਥਵਾ ਸੰਗਤ ਉੱਤੇ ਨਿਰਭਰ ਹੈ। ਧਿਆਨ ਦੇਣਾ ਜੀ, ਜਿਹੜਾ ਮੁੱਢ ਬੀਜ ਹੈ ਉਹ ਸੰਗਤ ਹੈ, ਕਿਉਂਕਿ ਅਸੀਂ ਪਿੱਛੇ ਪੜਿਆ ਜਿਹੜਾ ਖਿਆਲ ਉਪਜਦਾ ਹੈ
ਉਸ ਖਿਆਲਾਂ ਨੂੰ ਅਸੀਂ ਕਰਮਾਂ ਦੁਆਰਾ ਪ੍ਰਗਟ ਕਰਦੇ ਹਾਂ, ਫਿਰ ਕਰਮਾਂ ਦਾ ਬਾਰ-ਬਾਰ ਅਭਿਆਸ ਕਰਦੇ ਹਾਂ, ਉਹ ਸਾਡੇ ਅੰਦਰ ਜਦੋਂ ਦ੍ਰਿੜ ਹੋ ਜਾਂਦੇ ਹਨ ਤਾਂ ਸ਼ਖਸੀਅਤ ਬਣਦੀ ਹੈ। ਪਰ ਸਾਡੇ ਜਿਹੜੇ ਖਿਆਲ ਹਨ ਉਹ ਸੰਗਤ ਉੱਤੇ ਨਿਰਭਰ ਹਨ। ਜੇ ਮਾੜੀ ਸੰਗਤ ਕਰਦੇ ਹਾਂ ਮਾੜੇ ਖਿਆਲ ਉਪਜਦੇ ਹਨ, ਇਸੇ ਤਰ੍ਹਾਂ ਮਾੜੇ ਕਰਮਾਂ ਦਾ ਅਭਿਆਸ ਹੋ ਕੇ ਮਾੜੀ ਸ਼ਖਸੀਅਤ ਬਣਦੀ ਹੈ। ਤੇ ਜੇ ਚੰਗੀ ਸੰਗਤ ਕਰਦੇ ਹਾਂ ਇਸੇ ਤਰ੍ਹਾਂ ਸਾਡੀ ਸ਼ਖਸੀਅਤ ਚੰਗੀ ਬਣ ਸਕਦੀ ਹੈ। ਸੋ ਮੁੱਢ ਜਿਹੜਾ ਹੈ ਸਾਡੇ ਜੀਵਨ ਦਾ ਉਹ ਸੰਗਤ ਉੱਤੇ ਨਿਰਭਰ ਹੈ। ਇਸ ਲਈ ਇਸ ਮੇਲ ਜੋਲ ਅਥਵਾ ਸੰਗਤ ਦਾ ਨਿਖੇੜਾ ਕਰਨ ਦੀ ਅਤ ਲੋੜ ਹੈ। ਇਸ ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਤੋਂ ਬਗੈਰ ਜੀਵ ਨੀਵੀਂ ਸੰਗਤ ਅਥਵਾ ਕੁਸੰਗਤ ਵੱਲ ਸਹਿਜੇ ਹੀ ਖਿੱਚਿਆ ਤੇ ਪ੍ਰੇਰਿਆ ਜਾਂਦਾ ਹੈ ਤੇ ਸਹਿਜੇ ਸਹਿਜੇ ਇਸੇ ਗਲਤ ਮਲੀਨ ਤੇ ਹਾਨੀਕਾਰਕ ਰੋੜ ਵਿੱਚ ਹੀ ਰੁੜਿਆ ਜਾਂਦਾ ਹੈ। ਚੋਣ ਕਰਨੀ ਜ਼ਰੂਰੀ ਹੈ, ਪਰ ਬਿਨਾਂ ਵਿਵੇਕ ਬੁੱਧੀ ਦੇ ਅਸੀਂ ਜਦੋਂ ਚੋਣ ਨਹੀਂ ਕਰਦੇ, ਸਹਿਜ ਸੁਭਾਅ ਕੁਸੰਗਤ ਅਣਜਾਣੇ ਹੀ ਕਰਦੇ ਰਹਿੰਦੇ ਹਾਂ ਤੇ ਫਿਰ ਮਲੀਨ ਜੀਵਨ ਬਣਾ ਲੈਂਦੇ ਹਾਂ। ਸੋ ਜਨਮਾਂ ਜਨਮਾਂ ਤੋਂ ਦ੍ਰਿੜ ਕੀਤੀ ਹੋਈ ਅੰਤਸ਼ਕਰਣ ਦੀ ਰੰਗਤ ਦੀ ਵਜ੍ਹਾ ਨਾਲ ਸਾਡੀ ਇਹ ਸਮਝ, ਇਹ ਸੂਝ-ਬੂਝ, ਇਹ ਨਿਸ਼ਚਾ, ਇਹ ਗਿਆਨ, ਇਹ ਨਿਰਣਾ ਸ਼ਕਤੀ ਜਿਸਨੇ ਚੰਗੇ ਮਾੜੇ ਦੀ ਪਹਿਚਾਨ ਕਰਨੀ ਸੀ ਵੀ ਇਹ ਵੀ ਧੁੰਦਲੀ ਗੰਦਲੀ ਇੱਕ ਤਰਫਾ ਤਵਸਬ ਵਾਲੀ ਅਪੂਰਨ ਤੇ ਗਲਤ ਹੋ ਜਾਂਦੀ ਹੈ ਅੰਤਸ਼ਕਰਣ ਦੇ ਪ੍ਰਭਾਵ ਹੇਠ। ਇਸੇ ਕਾਰਨ ਧਰਮਾਂ ਅਥਵਾ ਮਜ਼ਹਬਾਂ ਵਿਚਕਾਰ ਵਿਤਕਰਾ, ਵਾਦ ਵਿਵਾਦ, ਤਵਸਬ, ਨਫ਼ਰਤ, ਵੈਰ ਵਿਰੋਧ, ਝਗੜੇ ਤੇ ਲੜਾਈਆਂ ਹੁੰਦੇ ਰਹਿੰਦੇ ਹਨ। ਨੀਵੀਂ ਮਲੀਨ ਮਾਇਕੀ ਮਨਮੁਖੀ ਸ਼ਖਸੀਅਤ ਨੂੰ ਅਸੀਂ ਆਪਣੀ ਨਿੱਜੀ ਕੋਸ਼ਿਸ਼ਾਂ ਨਾਲ ਬਦਲ ਨਹੀਂ ਸਕਦੇ, ਕਿਉਂਕਿ ਸਾਡੇ ਜੀਵਨ ਦਾ ਹਰ ਪੱਖ ਮਲੀਨ ਮਾਇਕੀ ਰੰਗਤ ਨਾਲ ਲੱਥ-ਪੱਥ ਹੋ ਚੁੱਕਿਆ ਹੈ। ਧਿਆਨ ਦੇਣਾ ਜੀ, ਇਹ ਜਿਹੜੀ ਅੰਤਸ਼ਕਰਣ ਦੀ ਰੰਗਤ ਹੈ, ਇਸ ਰੰਗਤ ਨੂੰ ਅਸੀਂ ਆਪਣੇ ਆਪ ਆਪਣੀ ਕੋਸ਼ਿਸ਼ਾਂ ਨਾਲ ਨਹੀਂ ਬਦਲ ਸਕਦੇ। ਕਿਉਂ? ਕਿਉਂਕਿ ਸਾਡਾ ਹਰ ਤਰ੍ਹਾਂ ਦਾ ਜੀਵਨ ਇਸੇ ਰੰਗਤ ਨਾਲ ਲੱਥ-ਪੱਥ ਹੋ ਚੁੱਕਿਆ ਹੈ, ਜਿਸ ਕਾਰਨ ਸਾਡੀ ਸੋਚਣੀ, ਸਾਡੀ ਖਿਆਲ, ਸਾਡੇ ਨਿਸ਼ਚੇ, ਸ਼ਰਧਾ, ਵਿਸ਼ਵਾਸ, ਸਾਡੇ ਭੈ ਭਾਵਨੀ, ਸਾਡੇ ਵਲਵਲੇ, ਸਾਡਾ ਇਹ ਪਾਠ ਪੂਜਾ, ਇਹ ਜਿਹੜੇ ਕਰਮ ਧਰਮ ਅਸੀਂ ਕਰਦੇ ਹਾਂ, ਇਹ ਜਿਹੜੀ ਸਾਡੀ ਜਗਿਆਸਾ ਹੈ, ਇਸ ਉੱਤੇ ਸਾਡੀ ਆਪਣੀ ਘੜੀ ਹੋਈ ਸ਼ਖਸੀਅਤ ਦੀ ਰੰਗਤ ਦਾ ਠੱਪਾ ਲੱਗਿਆ ਹੁੰਦਾ ਹੈ। ਅਤੇ ਸੌਮੇ ਵੇੜੀ ਰੰਗਤ ਦੇ ਭਰਮ ਭੁਲਾਵੇ ਵਿੱਚ ਜੋ ਵੀ ਕਰਮ ਕਿਰਿਆ ਤੇ ਧਰਮ ਆਦਿ ਕਰਦੇ ਹਾਂ, ਸਭ ਫੋਕਟ ਫੋਕਟਈਆ ਤੇ ਕੂਰ ਕਿਰਿਆ ਹੀ ਹੁੰਦੇ ਹਨ। ਕਿਉਂ? ਸਭ ਉੱਤੇ ਸਾਡੀ ਅੰਤਸ਼ਕਰਣ ਦਾ ਠੱਪਾ ਹੈ। ਭਾਵੇਂ ਸਾਡੀ ਸ਼ਰਧਾ ਭਾਵਨੀ ਹੈ, ਭਾਵੇਂ ਸਾਡੇ ਧਾਰਮਿਕ ਕਰਮ ਕਿਰਿਆ ਹਨ, ਭਾਵੇਂ ਸਾਡੇ ਪਾਠ ਪੂਜਾ ਹਨ, ਸਭ ਉੱਤੇ ਸਾਡੀ ਸ਼ਖਸੀਅਤ ਦੀ ਰੰਗਤ ਦਾ ਠੱਪਿਆ ਲਗਾ ਹੁੰਦਾ ਹੈ। ਤੇ ਇਸ ਹਉਮੈ ਵੇੜੀ ਰੰਗਤ ਦੇ ਭਰਮ ਭੁਲਾਵੇ ਵਿੱਚ ਅਸੀਂ ਜੋ ਵੀ ਕਰਮ ਕਿਰਿਆ ਤੇ ਧਰਮ ਆਦਿ ਕਰਦੇ ਹਾਂ, ਸਭ ਫੋਕਟ ਫੋਕਟਈਆ ਤੇ ਕੂਰ ਕਿਰਿਆ ਹੀ ਹੁੰਦੇ ਹਨ। ਹਾਂ ਹਾਂ ਕਰਤੇ ਕਰਮ ਰਤਾਂ ਕੋ ਭਾਰ ਅਫਾਰ, ਪੀਤ ਨਹੀਂ ਜੋ ਨਾਮ ਸਿਓ ਤਉ ਏਉ ਕਰਮ ਬਿਕਾਰ। ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁਨ ਵਿਚਾਰ। ਧਰਣੀ ਧਰ ਤਿਆਗ ਨੀਚ ਕੁਲ ਸੇਵੈ, ਹਉ ਹਉ ਕਰਤ ਬਿਹਾਵਤ, ਫੋਕਟ ਕਰਮ करे अज्ञानी मनमुख अंध कहावत। जो जो कर्म किए हौ हौ में ते ते पए अजाए, कह प्रभ अवर अवर किछ कीजै, सब बाद सिगार फोकट फोकटैया। मनमुख हुक्म न बूझै बपड़ी, नित हौ में कर्म कमाए। वर्त नेम सुच संजम पूजा, पाखंड परम न जाए। अंतरों कुसद माया मोह बेद है, जो हस्ती छार उड़ाए। तीर्थ बरत अर्थ दान कर मन में तरह गुमान, नानक नेफल जात है ज्यों कुंचर स्नान। हौ में अंदर कार विकार है। जिस तरह पहला दसिया जा चुकिया है कि साडे पाठ पूजा, साडी कर्म क्रिया, साडे जप तप ते साडे ज्ञान ध्यान, साड़ी जग्यासा आदि सब मन दी ओपरी तय दे करतब हन, जो साडे मन चित अंतशकरण दिया डूंगियां तहां ताई नहीं उतरदे। ध्यान देना जी, जिवें एक मलीन रंगत साडे अंदर किवें तस जांदी है अंतशकरण दिया डूंगियाइयां विच ते किवें उसदी हवाड़ निकलदी है, पर ये जेड़े कर्म धारम करदे हां, इस दी रंगत साडे अंतशकरण दी तय विच नहीं उतरदी, नहीं तां फुट के उसदी सुगंधी बाहर ना निकले। यही कारण है कि बेअंत धर्मां
ਬੇਅੰਤ ਧਾਰਮਿਕ ਸੰਪਰਦਾਵਾਂ, ਧਾਰਮਿਕ ਗ੍ਰੰਥਾਂ, ਧਾਰਮਿਕ ਅਸਥਾਨਾਂ, ਬੇਅੰਤ ਧਾਰਮਿਕ ਪ੍ਰਚਾਰ ਤੇ ਬੇਅੰਤ ਧਾਰਮਿਕ ਸਮਾਗਮਾਂ, ਪਾਠ ਪੂਜਾ, ਕਥਾ ਵਾਰਤਾ, ਜਗਰਾਤੇ, ਮਨੋਤਾਂ, ਤੀਰਥ ਯਾਤਰਾ, ਵਰਤ ਨੇਮ, ਇਸ਼ਨਾਨ, ਕਰਮਕਾਂਡਾਂ, ਯੋਗ ਸਾਧਨਾਵਾਂ, ਸਮਾਧੀਆਂ ਦੇ ਇਤਨੀ ਬਹੁਲਤਾ ਵਿੱਚ ਪ੍ਰਚਲਿਤ ਹੋਣ ਦੇ ਬਾਵਜੂਦ ਵੀ ਇਨਸਾਨ ਦਾ ਮਾਨਸਿਕ ਤੇ ਆਤਮਿਕ ਜੀਵਨ ਤਰੱਕੀ ਕਰਨ ਦੀ ਬਜਾਏ ਨਿਗਰਦਾ ਜਾ ਰਿਹਾ ਹੈ, ਜਿਸ ਕਾਰਨ ਜਨਤਾ ਦੇ ਹਿਰਦਿਆਂ ਵਿੱਚ ਰੱਬ ਦੀ ਹੋਂਦ ਦੀ ਬਾਬਤ ਸ਼ੰਕੇ ਪੈਦਾ ਹੋ ਰਹੇ ਹਨ ਤੇ ਲੋਕ ਧਰਮ ਤੋਂ ਸ਼ਰਧਾਹੀਣ, ਅਵੇਸਲੇ ਤੇ ਬੇਮੁਖ ਹੋ ਰਹੇ ਹਨ। ਧਿਆਨ ਦੇਣਾ ਜੀ, ਇੱਥੇ ਦਰਸਾਇਆ ਗਿਆ ਹੈ ਕਿ ਜਿਤਨੇ ਅਸੀਂ ਕਰਮਕਾਂਡ ਜਾਂ ਧਾਰਮਿਕ ਕਰਮ ਕਿਰਿਆ ਜਾਂ ਪਾਠ ਪੂਜਾ ਕਰਦੇ ਹਾਂ ਮਨ ਦੀ ਓਪਰੀ ਸਤਹ ਨਾਲ, ਇਸ ਗੱਲ ਦਾ ਸਬੂਤ ਇਹ ਹੈ ਕਿ ਸਾਡਾ ਜੀਵਨ ਜਿਤਨੇ ਅਸੀਂ ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਸਾਡੀ ਮਾਨਸਿਕ ਤੇ ਆਤਮਿਕ ਅਵਸਥਾ ਦਿਨ ਬ ਦਿਨ ਨਿਗਰਦੀ ਜਾਂਦੀ ਹੈ, ਕੋਈ ਉਚੇਰੀ ਨਹੀਂ ਉੱਠਦੀ। ਤੇ ਸਾਡੀ ਇਸ ਹਾਲਤ ਕਾਰਨ ਹੀ ਇਹ ਜਿਹੜੇ ਜਨਤਾ ਦੇ ਵਿਚਕਾਰ ਧਰਮ ਦੀ ਬਾਬਤ ਸ਼ੰਕੇ ਪੈਦਾ, ਕਿਉਂਕਿ ਉਹ ਦੇਖਦੇ ਹਨ ਕਿ ਇਹ ਜਿਹੜੇ ਬੰਦੇ ਧਾਰਮਿਕ ਕਰਮ ਕਿਰਿਆ ਕਰਦੇ ਹਨ ਜੀਵਨ ਵਿੱਚ ਤਾਂ ਕੋਈ ਫਰਕ ਪੈਂਦਾ ਨਹੀਂ, ਤੇ ਉਹਨਾਂ ਦੇ ਮਨ ਵਿੱਚ ਵੀ ਸ਼ੱਕ ਪੈਦਾ ਹੋ ਜਾਂਦਾ, ਪਤਾ ਨਹੀਂ ਰੱਬ ਹੈ ਕਿ ਨਹੀਂ, ਤੇ ਉਹ ਧਰਮ ਤੋਂ ਸ਼ਰਧਾਹੀਣ, ਅਵੇਸਲੇ ਤੇ ਬੇਮੁਖ ਹੋ ਜਾਂਦੇ ਹਨ। ਸਾਡੀ ਮਾਨਸਿਕ ਓਪਰੀ ਸਤਹ ਦੇ ਕਰਤੱਵਾਂ ਨੂੰ ਦੇਖ ਕੇ ਐਸੇ ਹੰਕਾਰੀ ਧਾਰਮਿਕ ਫੋਕੇ ਕਰਮਕਾਂਡਾਂ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਵਰਤ ਨੇਮ ਸੰਜਮ ਮੈਂ ਰਹਿਤਾ, ਤਿਨ ਕਾ ਆੜ न पाया, आगे चलन और है भाई, ऊहा काम न आया, तीरथ नाए और धरती परमना, आगे ठौर न पावे, ऊहा काम न आवे, एबद ओ लोग नहीं पत्यावे, खट सासत विचरत मुख ज्ञाना, पूजा तिलक तीर्थ स्नाना, निवली कर्म आसन 84, इनमें शांत न आवे जियो, अनक बरख किए जप तापा, गमन किया धरती पर माता, एक खिन हृदय शांत न आवे जोगी, बोहड़ बोहड़ उठतावे जियो, क्रियाचार करे खट कर्मा, इतराते संसारी, अंतर मैल न उतरे हों मैं बिन गुरबाजी हारी, हठ निग्रह कर काया छीजै, वर्त तपन कर मन नहीं पीजै, पाठ पढ़ियो और वेद विचार्यो, निवल पुयंगम साधे, पंच जनास्यों संग न छुटक्यो, अदक अहंग बुध बादे, पूजा अर्चा बंधन डंडोत खट कर मारत रहता, हौ हौ करत बंधन में पर्या न मिलिए ए जुक्त, जोग सिद्ध आसन 84, ए भी कर रहा, वडी आरजा फिर जन्मे, हरस्यों संग न गए। जिस तरह पानी अपने आप सहज सुभाए ਏਠਾ अथवा ਨਿਮਾਣ ਵੱਲ ਰੋੜਿਆ ਜਾਂਦਾ ਹੈ, ਪਰ ਪਾਣੀ ਨੂੰ ਉੱਪਰ ਵੱਲ ਚੜਾਉਣ ਲਈ ਕੋਈ ਸ਼ਕਤੀਮਾਨ ਜੰਤਰ ਅਥਵਾ ਪੰਪ ਦੀ ਲੋੜ ਹੈ। ਆਪਣੇ ਆਪ ਪਾਣੀ ਕਿਵੇਂ ਉੱਪਰ ਚੜ ਸਕਦਾ ਹੈ? ਨਹੀਂ ਚੜ ਸਕਦਾ, ਕਿਉਂਕਿ ਉਸ ਦਾ ਸੁਭਾਅ ਨਿਮਾਣ ਵੱਲ ਜਾਣ ਨੂੰ ਹੈ। ਉੱਤੇ ਚੜਾਉਣ ਲਈ ਮੋਟਰ ਪੰਪ ਦੀ ਲੋੜ ਹੈ। ਇਸ ਤੋਂ ਸਪਸ਼ਟ ਹੈ ਕਿ ਸਾਡੀ ਆਪੂ ਘੜੀ ਹੋਈ ਨੀਵੀਂ ਸ਼ਖਸੀਅਤ ਨੂੰ ਬਦਲਣ ਜਾਂ ਉੱਪਰ ਵੱਲ ਅਥਵਾ ਆਤਮਿਕ ਮੰਡਲ ਵੱਲ ਚੁੱਕਣ ਲਈ ਕਿਸੇ ਦਾਮਨਕ ਆਤਮਿਕ ਸ਼ਕਤੀ ਵਾਲੀ ਸ਼ਖਸੀਅਤ ਦੀ ਸੰਗਤ ਅਥਵਾ ਸਾਧਾਂ, ਸੰਤਾਂ, ਭਗਤਾਂ, ਹਰੀਜਨਾਂ, ਗੁਰਮੁਖਾਂ ਦੀ ਤੇ ਐਸੀ ਉੱਚੀ ਸੁੱਚੀ ਆਤਮਿਕ ਸੰਗਤ ਲਈ ਜਾਚਨਾ ਕਰਨੀ ਸਿਖਾਈ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸੋ ਸਾਜਨ ਸੋ ਸਖਾ ਮੀਤ ਜੋ हर की मत दे, ओए साजन ओए मीत प्यारे जो हमको हर नाम चितारे। आवो संत मिलो मेरे भाई, मिल हर हर कथा करो, हर हर नाम बोएत है कल जुग, खेवट गुर शब्द तरो। नीच ते नीच अत नीच होए, कर बिनो बुलावो, पाओ मलोवा आप त्याग, संत संग समावो। ऐसी कृपा मोए करो, संत चरण हमारो माथा, नैन दरस तंतूर परो। हो कृपाल स्वामी मेरे, संता संग विहावे, साध संगत निहचो है तरना। ऐसी मांग गोबिंद ते, टहल संतन की संग साधु का, हर नामा जब परम गते। कोई आवे संतो, हर का जन संतो, मेरा प्रीतम जन संतो, मोए मार्ग दिखलावे। जेकर इकलौती शख्सियत दा असर इतना तीखण ते बलवान होंदा है
ਤਾਂ ਬਹੁਤੀਆਂ ਸ਼ਖਸੀਅਤਾਂ ਦੇ ਇਕੱਠ ਦੀ ਸੰਗਤ ਦਾ ਸਮੁੱਚਾ ਅਸਰ ਤਾਂ ਅਤ ਡੂੰਘਾ, ਤੀਬਰ ਤੇ ਦਾਮਨਕ ਹੋ ਸਕਦਾ ਹੈ। ਇਸੇ ਲਈ ਗੁਰਬਾਣੀ ਵਿੱਚ ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਬਹੁਵਚਨੀ ਰੂਪ ਵਿੱਚ ਵੀ ਵਰਤਿਆ ਗਿਆ ਹੈ, ਜਿਹਾ ਕਿ ਸਾਦਾ ਸ਼ਰਣੀ ਜੋ ਪਵੈ ਸੋ ਛੁੱਟੈ ਬੱਧਾ। ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ। ਸੰਤ ਜਨਾ ਮਿਲ ਹਰ ਜਸ ਗਾਇਓ। मिल रही है प्रभ साध जना, मिल हर कीर्तन सुनिए राम। राम नाम गुरबचनी बोलो, संत सभा में ए रस टोलो। संत मंडल में हर मन वस है, संत मंडल में दुर्त सब नस है। संत मंडल में निर्मल रीत, संत संग होए एक प्रीत। साधन का संग साध स्यों गोष्ठ, हर साधन स्यों लिवलावो। मेरा मन साध जना मिल हरिया, हों बल 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 साध जना को मिल संगत पार उतरिया। संत सभा जयकार कर गुरमुख करम कमाओ। ऐसी ਉੱਚੀ ਸੁੱਚੀ ਆਤਮਿਕ ਸੰਗਤ ਨੂੰ ਹੀ ਗੁਰਬਾਣੀ ਵਿੱਚ ਸਤਸੰਗਤ, ਸੰਤ ਸੰਗਤ, ਸਾਧ ਸੰਗਤ, ਗੁਰ ਸੰਗਤ, ਸੰਤ ਮੰਡਲ, ਸੱਚ ਸੰਗਤ, ਸੱਚੀ ਸੰਗਤ, ਸੰਤ ਸਭਾ, साध सभा, गुर सभा, राम जना, संत जना, संत सज्जन परिवार, ठाकुर वजीरा, महापुरखन जहां हर के लोग आदि अखरां द्वारा सन्मानिया गया है। मुकुट बैकुंठ साध की संगत, जन पायो हर का तां। हाँ जी, ते ਇਹੋ ਜਿਹੀ ਆਤਮਿਕ ਸੰਗਤ ਵਿੱਚ ਹੀ ਸਾਡੀ ਸ਼ਖਸੀਅਤ ਬਦਲ ਸਕਦੀ ਹੈ ਜੇ ਲਗਾਤਾਰ ਸੰਗਤ ਕਰਾਂਗੇ। ਇਹ ਨਹੀਂ ਇੱਕ ਦੋ ਦਿਨ ਕਰ ਲਈ ਤੇ ਫਿਰ ਕਿਤਨੇ ਜਨਮਾਂ ਤੋਂ ਅਸੀਂ ਅਭਿਆਸ ਕਰਕੇ ਆਪਣੀ ਸ਼ਖਸੀਅਤ बढ़ाइए। ਕੁਝ ਸਮਾਂ ਤਾਂ ਲਗਾਤਾਰ ਸੰਗਤ ਕਰਨੀ ਪਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।